ਐਸਆਈਟੀ ਵੱਲੋਂ ਬੇਅਦਬੀ ਕੇਸ 'ਚ ਰਾਮ ਰਹੀਮ ਤੋਂ ਮੈਰਾਥਨ ਪੁੱਛ ਕੇ ਆਈਜੀ ਪਰਮਾਰ ਦੀ ਅਗਵਾਈ 'ਚ ਸੁਨਾਰਿਆ ਜੇਲ੍ਹ ਅੰਦਰ ਰਾਮ ਰਹੀਮ ਨੂੰ ਹੋਏ ਸਵਾਲ ਜਵਾਬ। ਪਹਿਲੀ ਵਾਰ ਜਾਂਚ 'ਚ ਸ਼ਾਮਲ ਹੋਇਆ ਰਾਮ ਰਹੀਮ। ਬੇਅਦਬੀ ਤੇ ਨਸ਼ੇ ਨੂੰ ਲੈ ਕੇ ਸਿੱਧੂ ਨੇ ਮੁੜ ਘੇਰੀ ਆਪਣੀ ਸਰਕਾਰ। ਬੋਲੇ ਇਨਸਾਫ ਦੇਣ ਦੀ ਥਾਂ ਤੁਸੀਂ ਖੁਦ ਬਣ ਗਏ ਮੁਲਜ਼ਮਾਂ ਦੀ ਢਾਲ। ਸਰਕਾਰ ਨੂੰ ਦੋ ਟੁਕ ਬੋਲੇ ਜਾਂ ਕੰਪਰੋਮਾਈਜ਼ਡ ਅਫਸਰ ਚੁਣ ਲਓ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ। ਵੱਡਾ ਸਵਾਲ ਕੀ ਹੁਣ ਸਿੱਧੂ ਛੱਡਣਗੇ ਕਾਂਗਰਸ? ਅੰਦਰੂਨੀ ਕਲੇਸ਼ ਵਿਚਾਲੇ ਸੀਐਮ ਚੰਨੀ ਤੇ ਨਵਜੋਤ ਸਿੱਧੂ ਦੀ ਬੈਠਕ। ਹਰੀਸ਼ ਚੌਧਰੀ ਵੀ ਰਹੇ ਮੌਜੂਦ। ਮੁੱਖ ਮੰਤਰੀ ਵੇਰਕਾ ਬੋਲੇ 2-3 ਦਿਨਾਂ 'ਚ ਸੁਲਝ ਜਾਏਗਾ ਮਸਲਾ। ਗ੍ਰਹਿ ਮੰਤਰੀ ਰੰਧਾਵਾ ਦੇ ਜਵਾਈ ਨੂੰ ਅਹਿਮ ਅਹੁਦਾ ਦੇਣ ਤੇ ਕਮਾਸਾਨ। ਤਰੁਣਵੀਰ ਸਿੰਘ ਲਹਿਲ ਦੇ ਐਡੀਸ਼ਨਲ ਐਡਵੋਕੇਟ ਜਨਰਲ ਬਣਨ ਤੇ ਵਿਰੋਧੀਆਂ ਨੇ ਚੱਕੇ ਸਵਾਲ। ਤਾਂ ਰੰਧਾਵਾ ਬੋਲੇ ਕਾਨੂੰਨ ਦੇ ਦਾਇਰੇ 'ਚ ਹੀ ਹੋਈ ਹੈ ਨਿਯੁਕਤੀ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ। ਹੁਣ 11 ਨਵੰਬਰ ਨੂੰ ਬੀਐਸਐਫ ਦੇ ਮਸਲੇ ਤੇ ਲਿਆਂਦਾ ਜਾਏਗਾ ਮਤਾ। ਵਿਰੋਧੀਆਂ ਨੇ ਕੀਤੀ ਮਿਆਦ ਵਧਾਉਣ ਦੀ ਮੰਗ। ਕਿਹਾ ਲੋਕਾਂ ਦੇ ਮੁੱਦਿਆਂ ਤੇ ਚਰਚਾ ਤੋਂ ਭੱਜ ਰਹੀ ਹੈ ਸਰਕਾਰ। ਕਾਂਗਰਸ ਆਗੂ ਰਮਨ ਬਹਿਲ ਨੇ ਐਸਐਸ ਬੋਰਡ ਦੇ ਚੇਅਰਮੈਨ ਵਜੋਂ ਦਿੱਤਾ ਅਸਤੀਫਾ। ਬਹਿਲ ਦੇ ਕੱਲ੍ਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ। ਹਰਿਆਣਾ ਦੇ ਹਾਂਸੀ 'ਚ ਮਿੰਨੀ ਸਕੱਤਰੇਤ ਸਾਹਮਣੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ। ਪ੍ਰਸ਼ਾਸਨ ਨਾਲ ਕਿਸਾਨਾਂ ਦੀ ਨਹੀਂ ਬਣੀ ਗੱਲ। ਕਿਸਾਨਾਂ ਤੇ ਦਰਜ ਕੇਸ ਵਾਪਸ ਲੈਣ ਦੀ ਕੀਤੀ ਜਾ ਰਹੀ ਹੈ ਮੰਗ। ਡੀਏਪੀ ਦੀ ਘਾਟ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਸੀਐਮ ਚੰਨੀ ਨੂੰ ਅਲਟੀਮੇਟਮ। ਬੋਲੇ 1 ਹਫ਼ਤੇ ਅੰਦਰ ਨਹੀਂ ਹੱਲ ਹੋਇਆ ਮਸਲਾ ਤਾਂ ਮੁੱਖ ਮੰਤਰੀ ਦਾ ਘਰੋਂ ਨਿਕਲਣਾ ਕਰ ਦੇਵਾਂਗੇ ਬੰਦ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਖਬਰ ਹਿਸਾਰ ਦੇ ਹਾਂਸੀ ਤੋਂ। ਕਿਸਾਨਾਂ ਦਾ ਧਰਨਾ ਹਾਂਸੀ ਦੇ ਮਿੰਨੀ ਸਕੱਤਰੇਤ ਦੇ ਬਾਹਰ ਹੁਣ ਪੱਕਾ ਤੌਰ ਤੇ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪੱਕੇ ਤੌਰ ਤੇ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਂਸੀ ਦੇ ਮਿੰਨੀ ਸਕੱਤਰੇਤ ਦੇ ਬਾਹਰ, ਕਿਉਂਕਿ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਸਹਿਮਤੀ ਨਹੀਂ ਬਣ ਸਕੀ। ਕਿਸਾਨਾਂ ਦੀ ਗੱਲ ਨਹੀਂ ਬਣੀ। ਹੁਣ ਤੱਕ ਨਾਰਨੌਦ ਥਾਣੇ ਦੇ ਬਾਹਰ ਇਹ ਧਰਨਾ ਜਿਹੜਾ ਸੀ ਉਹ ਚੱਲ ਰਿਹਾ ਸੀ। ਦਰਅਸਲ ਕਿਸਾਨਾਂ ਤੇ ਜਿਹੜੇ ਕੇਸ ਦਰਜ ਹੋਏ ਸੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਇਹ ਧਰਨਾ ਚੱਲ ਰਿਹਾ ਸੀ। ਪਰ ਹੁਣ ਕਿਸਾਨਾਂ ਨੇ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਮੰਗਾਂ ਕਿਸਾਨਾਂ ਦੀਆਂ ਜੋ ਨੇ ਕਿ ਨਾਰਨੌਦ 'ਚ ਐਮਪੀ ਰਾਮਚੰਦਰ ਜਾਂਗੜਾ ਦੀ ਗੱਡੀ ਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਕਿਸਾਨਾਂ ਤੇ ਦਰਜ ਜਿਹੜੇ ਮੁਕੱਦਮੇ ਸੀ ਉਸ ਨੂੰ ਖਾਰਜ ਕਰਵਾਉਣ ਦੀ ਪਹਿਲੀ ਮੰਗ ਸੀ। ਦੂਸਰੀ ਮੰਗ ਕਿਸਾਨ ਕੁਲਦੀਪ ਰਾਣਾ ਤੇ ਹਮਲਾ ਕਰਨ ਦੇ ਮਾਮਲੇ 'ਚ ਰਾਜ ਸਭਾ ਸਾਂਸਦ ਰਾਮਚੰਦਰ ਤੇ ਉਹਨਾਂ ਦੇ ਸਹਿਯੋਗੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਸੀ। ਇਹ ਦੋ ਮੰਗਾਂ ਸੀ ਕਿਸਾਨਾਂ ਦੀਆਂ ਔਰ ਇਹਨਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਇਸ ਕਰਕੇ ਹੁਣ ਪੱਕੇ ਤੌਰ ਤੇ ਧਰਨਾ ਜਿਹੜਾ ਹੈ ਉਹ ਲੱਗੇਗਾ। 16 सदस्य टीम जो अंदर गई थी बातचीत के लिए और दो हमारी प्रमुख मांगे शुरू से ही प्रमुख मांगे रही हैं, जो एक तो रामचंद्र जांगड़ा और उसके साथियों के खिलाफ में 307 का मुकदमा दर्ज किया जाए। दूसरी जो हमारे साथियों के खिलाफ में 307 के मुकदमे दर्ज करे हैं उनको वापस लिया जाए। अभी भाई हमारे जो है तकरीबन 17 आदमी जो थे कमेटी मेंबर तो वहाँ गए थे और हमारी मुख्य 3 मांगे थी जिनमें हमारा कोई भी उन्होंने जो है उसको माना नहीं और तीनों पे कोई जो है सहमति नहीं हुई तो वापिस आ गए। तो संदीप सैनी जुड़े ने साढ़े नाल हांसी तो। संदीप के कौन सी बात है जिसपे सहमति नहीं बन सकी? क्या प्रशासन जो है वो किसानों पे जो केस दर्ज है उनको रद्द करने से इनकार कर रहा है या फिर जो किसान केस दर्ज करवाने की मांग कर रहे हैं एमपी के ऊपर उसको लेकर सहमति नहीं बन पा रही है? जो सहमति नहीं बनी वो रामचंद्र जांगड़ा और उनके साथियों पर मामला जो दर्ज करवाना है किसानों द्वारा उस पे सहमति नहीं बनी। जब वो बात रखी गई तो उस बात को लेकर प्रशासन और किसानों के बीच सहमति नहीं बनी। प्रशासन कहीं हद तक ये, क्योंकि पहले भी इस तरह के किसानों ने आंदोलन किए हैं, उन पे मामले दर्ज हुए हैं और खारिज भी हुए हैं, उस पे सहमति बन सकती थी कि जो मामला उनके ऊपर दर्ज है किसानों पे वो रद्द कर सकते थे। लेकिन जो सांसद रामचंद्र जांगड़ा के ऊपर जो मामला दर्ज करने की मांग थी उसको लेकर सहमति नहीं बनी और वार्ता विफल रही और किसानों ने ऐलान कर दिया कि पक्का मोर्चा बाहर कार्यालय के लगेगा। जी तो संदीप क्या कोई दोबारा मीटिंग का सबब बन रहा है? क्या दोबारा मीटिंग हो सकती है या फिर अब सीधा धरना ही लगेगा सेक्रेटेरिएट के बाहर?
धरना जो है उन्होंने शुरू कर दिया है किसान मोर्चों के द्वारा, और ठीक है। अभी टेंट गाड़ने की प्रक्रिया शुरू हो चुकी है और लाइट की व्यवस्था कर रहे हैं, क्योंकि प्रशासन के साथ करीब 2 घंटे मीटिंग चली और 2 घंटे के बाद ये निर्णय हुआ कि सहमति नहीं बनी, विफल हो गई वार्ता, और बाहर आके किसानों ने ऐलान कर दिया। जी ठीक है, शुक्रिया, धन्यवाद इस जानकारी ਦੇ ਲਈ। ਤਾਂ ਕਿਸਾਨਾਂ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਟੈਂਟ ਲਾਏ ਜਾ ਰਹੇ ਨੇ ਪੱਕਾ ਮੋਰਚਾ ਸੈਕਟਰੀਏਟ ਦੇ ਬਾਹਰ ਲਾਉਣ ਦੀ, ਕਿਉਂਕਿ ਸਹਿਮਤੀ ਨਹੀਂ ਬਣ ਸਕੀ। ਪ੍ਰਸ਼ਾਸਨ ਦੋ ਮੰਗਾਂ ਨੇ ਮੁੱਖ ਤੌਰ ਤੇ ਪ੍ਰਸ਼ਾਸਨ ਤੋਂ ਕਿਸਾਨਾਂ ਦੀਆਂ, ਇੱਕ ਜਿਹੜੇ ਉਹਨਾਂ ਤੇ ਕੇਸ ਦਰਜ ਹੋਏ ਸੀ ਉਹ ਰੱਦ ਕੀਤੇ ਜਾਣ, ਔਰ ਦੂਸਰਾ ਜਿਹੜਾ ਐਮਪੀ ਹੈ ਰਾਮਚੰਦਰ ਉਹਨਾਂ ਤੇ ਕੇਸ ਦਰਜ ਕੀਤਾ ਜਾਵੇ। ਸੋ ਇਹਨਾਂ ਚੋਂ ਇੱਕ ਮੰਗ ਤੇ ਸਹਿਮਤੀ ਨਹੀਂ ਬਣੀ, ਜਿਸ ਕਰਕੇ ਕਿਸਾਨਾਂ ਨੇ ਅੱਗੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਹੈ। ਤੇ ਕਿਸਾਨਾਂ ਦੇ ਧਰਨੇ ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕਹਿ ਰਹੇ ਨੇ ਕਿ ਗੱਡੀਆਂ ਤੋੜਨ ਤੇ ਕਿਸਾਨਾਂ ਤੇ ਕੇਸ ਦਰਜ ਹੋਇਆ ਹੈ, ਸੋ ਕਾਨੂੰਨ ਵਿਵਸਥਾ ਦਾ ਉਲੰਘਣ ਕਿਸੇ ਹਾਲਤ 'ਚ ਨਹੀਂ ਹੋਣ ਦੇਵਾਂਗੇ। जो दोषी होगा उनके खिलाफ कार्रवाई जरूर होगी। उनके खिलाफ कार्रवाई के लिए एफआईआर हो चुकी है और उनकी ये सिद्ध भी हो गया है कि उन लोगों ने नुकसान पहुंचाया, गाड़ियों को पहुंचाया, अवरोध डाला, और जबकि इनकी ओर से किसानों के नेताओं की ओर से एक पहले वायदा किया गया था कि हम किसी प्रकार की कोई हिंसात्मक गतिविधि नहीं करेंगे, शांतिपूर्वक आंदोलन चलाएंगे। लेकिन जगह जगह पर जिस प्रकार के ये भोंडे काम करते हैं, ये उचित नहीं है किसी भी आंदोलनकारी के लिए। लेकिन सरकार कहीं भी कोई कानून को तोड़ने की बात करेगा, उसके खिलाफ कार्रवाई। ਤੇ ਹੁਣ ਗੱਲ ਪੰਜਾਬ ਦੀ ਸਿਆਸਤ ਦੀ, ਔਰ ਚਰਚਾ ਨਵਜੋਤ ਸਿੰਘ ਸਿੱਧੂ ਦੀ ਅੱਜਕੱਲ ਕਾਫੀ ਜ਼ਿਆਦਾ ਹੋ ਰਹੀ ਹੈ। ਲਗਾਤਾਰ ਨਵਜੋਤ ਸਿੱਧੂ ਆਪਣੀ ਸਰਕਾਰ ਤੇ ਇੱਕ ਤੋਂ ਬਾਅਦ ਇੱਕ ਨਿਸ਼ਾਨਾ ਲਾ ਰਹੇ ਨੇ, ਲਗਾਤਾਰ ਆਪਣੀ ਸਰਕਾਰ ਨੂੰ ਘੇਰ ਰਹੇ ਨੇ। ਪੰਜਾਬ ਸਰਕਾਰ ਕੋਈ ਵੀ ਫੈਸਲਾ ਲੈਂਦੀ ਹੈ, ਸਿੱਧੂ ਉਸ ਤੇ ਸਿੱਧੇ ਸਵਾਲ ਚੱਕ ਦਿੰਦੇ ਨੇ। ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਸੁਰ 'ਚ ਸੁਰ ਮਿਲਾਈ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਿੱਧੂ ਨੇ ਬਿਲਕੁਲ ਸਹੀ ਸਵਾਲ ਪੁੱਛੇ ਨੇ। ਸਵਾਲ ਸਭ ਤੋਂ ਵੱਡਾ ਇਹ ਹੈ, ਗੱਲ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੇ ਸਿੱਧੂ ਦੀ ਸੁਰ 'ਚ ਸੁਰ ਮਿਲਾਈ ਹੈ ਜਾਂ ਆਮ ਆਦਮੀ ਪਾਰਟੀ ਸਿੱਧੂ ਦੀ ਸਪੋਰਟ ਕਰ ਰਹੀ ਹੈ। ਸਵਾਲ ਇਹ ਹੈ ਕਿ ਕੀ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਰੁਖ ਬਦਲ ਰਿਹਾ? ਕੀ ਚਰਚੇ ਵੀ ਨੇ ਕਿ ਸਿੱਧੂ ਕੀ ਕਾਂਗਰਸ ਛੱਡਣ ਦੀ ਤਿਆਰੀ ਕਰ ਰਹੇ ਨੇ? ਜੇ ਸਿੱਧੂ ਕਾਂਗਰਸ ਛੱਡਣ ਦੀ ਤਿਆਰੀ ਕਰ ਰਹੇ ਨੇ ਤਾਂ ਫਿਰ ਉਹਨਾਂ ਦਾ ਅਗਲਾ ਸਿਆਸੀ ਕਦਮ ਕੀ ਹੋ ਸਕਦਾ ਹੈ? ਸੋ ਇਸ ਦਾ ਬੜੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਆਪਸ਼ਨਸ ਦੇਖੀਏ ਤਾਂ ਨਵਜੋਤ ਸਿੰਘ ਸਿੱਧੂ ਕੋਲੇ ਫਿਰ जाके आम आदमी पार्टी की ऑप्शन ही रह जाती है। सो सिद्धू ने कहा कि या अफसर चुन लो या मैनू चुन लो। इस बयान का मतलब की है, ये आम आदमी पार्टी भी पूछ रही है। नहीं, मैं सिद्धू साहब पे और उनके भविष्य पे, उनके फ्यूचर पे बोलने वाला कौन होता हूं, ये तो सिद्धू साहब को तय करना है। नहीं, लेकिन मैं मुद्दों की बात कर रहा हूं। जो मुद्दे उठाए जा रहे हैं वो मुद्दे वैलिड हैं। सीट पर सब चन्नी साहब, जिन्हें मैं ड्रामेबाज मुख्यमंत्री कहता हूं, वो कैप्टन अमरिंदर की राह पे चल रहे हैं। कैप्टन अमरिंदर की लेगेसी को आगे बढ़ाते हुए आज चन्नी साहब ने अपनी सरकार के मंत्रियों को और एमएलए को नौकरियां देनी शुरू कर दी, उनके बच्चों को, उनके रिश्तेदारों को नौकरी देनी शुरू कर दी। मैं एक चीज साफ कर दूं, चन्नी में और कैप्टन साहब में कोई फर्क नहीं है। चन्नी साहब और कैप्टन साहब में पूरा भी फर्क नहीं है, एकदम सेम है। बस इतना है कि चन्नी साहब को फोटो खिंचवाना, थोड़ी ड्रामेबाजी करनी अच्छी आती है। बाकी 2 केस ने, 2 एफआईआर ने, एक 130 नंबर। ਤਾਂ ਰਾਘਵ ਚੱਡਾ ਨੇ ਸਿੱਧੂ ਵੱਲੋਂ ਚੱਕੇ ਜਾ ਰਹੇ ਸਵਾਲਾਂ ਦਾ ਸਮਰਥਨ ਕੀਤਾ ਹੈ ਤੇ ਸੀਐਮ ਚੰਨੀ ਤੇ ਨਿਸ਼ਾਨਾ ਸਾਧਿਆ ਹੈ। ਸੋ ਇਸ ਨੂੰ ਲੈ ਕੇ ਹੁਣ ਕੀ ਰੁਖ ਕੀ ਹੈ ਆਮ ਆਦਮੀ ਪਾਰਟੀ ਦਾ? ਅਮਨ ਅਰੋੜਾ ਸਾਡੇ ਨਾਲ ਜੁੜੇ ਨੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ, ਵਿਧਾਇਕ ਨੇ। ਅਮਨ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਬੜਾ ਸਿੱਧਾ ਤੇ ਮੈਂ ਸਪਸ਼ਟ ਸਵਾਲ ਪੁੱਛਣਾ ਚਾਹੂੰਗਾ, ਗੋਲ ਮੋਲ ਘੁਮਾ ਕੇ ਗੱਲ ਨਹੀਂ ਕਰਦਾ। ਕੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਰੁਖ ਬਦਲ ਰਿਹਾ? ਕੀ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ 'ਚ ਭਵਿੱਖ ਦੇ ਨੇਤਾ ਦੇ ਤੌਰ ਤੇ ਦੇਖਣ ਲੱਗੀ ਹੈ ਜਾਂ ਨਹੀਂ? ਵਿਜੇ ਜੀ, ਤੁਸੀਂ ਬੜਾ ਸਿੱਧਾ ਸਵਾਲ ਕੀਤਾ ਹੈ, ਮੈਂ ਵੀ ਬੜਾ ਇਹਦਾ ਸਿੱਧਾ ਜਵਾਬ ਦਊਂਗਾ। ਬੜੀ ਚੰਗੀ ਗੱਲ ਹੈ, ਬੜੀ ਚੰਗੀ ਗੱਲ ਹੈ। ਸਾਡੇ ਲਈ, ਮੈਂ ਕਦੇ ਗੋਲ ਗੱਲ ਕੀਤੀ ਹੋਈ ਨਹੀਂ ਹੈਗੀ। ਸਾਡੇ ਲਈ ਪੰਜਾਬ ਦੇ ਇਸ਼ੂਜ਼ ਨੇ, ਜਿਹੜੇ ਪੰਜਾਬ ਦੇ ਮਸਲੇ ਨੇ, ਚਾਹੇ ਉਹ ਨਸ਼ਿਆਂ ਦਾ ਮਸਲਾ ਹੈ, ਚਾਹੇ ਉਹ ਬੇਅਦਬੀ ਦਾ ਮਸਲਾ ਹੈ, ਚਾਹੇ ਉਹ ਪੰਜਾਬ ਦੇ 3 ਲੱਖ ਕਰੋੜ ਦੇ ਕਰਜ਼ੇ ਦਾ ਮਸਲਾ ਹੈ,
ਚਾਹੇ ਉਹ ਹੈਲਥ ਐਜੂਕੇਸ਼ਨ ਸਿਸਟਮ ਦੀ ਗੱਲ ਹੈ, ਚਾਹੇ ਉਹ ਮਾਫੀਆ ਰਾਜ ਜਿਹੜਾ ਚੱਲ ਰਿਹਾ ਉਹਦੀ ਗੱਲ ਹੈ ਜੀ। ਸਾਡਾ ਸਟੈਂਡ ਪਹਿਲੇ ਦਿਨੋਂ ਬੜਾ ਸਪਸ਼ਟ ਸੀ, ਸਪਸ਼ਟ ਹੈ ਤੇ ਸਪਸ਼ਟ ਹੀ ਰਹੂਗਾ। ਸਾਡੇ ਲਈ ਉਹੀ ਪੈਰਾਮਾਊਂਟ ਇੰਪੋਰਟੈਂਸ ਦੇ ਉਹੀ ਚੀਜ਼ਾਂ ਨੇ। ਹੁਣ ਉਸ ਗੱਲ ਦੇ ਵਿੱਚ, ਸਾਡੇ ਵਾਲੀ ਗੱਲ ਦੇ ਵਿੱਚ ਕੋਈ ਹਾਂ ਦੇ ਵਿੱਚ ਹਾਂ ਬੁਲਾਉਂਦਾ, ਕੋਈ ਉਹਦੀ ਤਾਈਦ ਕਰਦਾ, ਕੋਈ ਉਹਨੂੰ ਐਂਡੋਰਸ ਕਰਦਾ ਹੈ, ਤੇ ਉਹਦਾ ਅਸੀਂ ਧੰਨਵਾਦ ਕਰਦੇ ਹਾਂ। ਉਹਦਾ ਅਸੀਂ ਇਸ ਗੱਲ ਲਈ ਧੰਨਵਾਦ ਕਰਦੇ ਹਾਂ ਕਿ ਸਹੀ ਗੱਲ, ਸੱਚੀ ਗੱਲ ਜੋ ਅਸੀਂ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ, ਕਿਸੇ ਨੇ ਤਾਂ ਹੀਆ ਕੀਤਾ ਕਿ ਆਪਦੀ ਹੀ ਸਰਕਾਰ ਨੂੰ ਇਹ ਸਵਾਲ ਕਰਦਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਜੀ ਨੇ ਜੋ ਅੱਜ ਕਿਹਾ, ਇਹ ਤਾਂ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ। ਹੁਣ ਅਗਲੀ ਗੱਲ ਤੁਹਾਡੀ ਇਹ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਉਹਨਾਂ ਦਾ ਫਿਊਚਰ ਨਵਜੋਤ ਸਿੰਘ ਸਿੱਧੂ ਜੀ ਦੇ ਨਾਲ ਦੇਖ ਰਹੇ ਹੋ, ਜਾਂ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਦੇਖ ਰਹੇ ਹੋ? ਦੇਖੋ, ਇਹ ਬੜੀਆਂ ਪ੍ਰੀ ਮੈਚਿਓਰ ਗੱਲਾਂ ਨੇ, ਔਰ ਨਾ ਹੀ ਇਹ ਮੀਡੀਆ ਦੇ ਜ਼ਰੀਏ ਹੋ ਸਕਦੀਆਂ ਨੇ, ਨਾ ਹੀ ਅਜਿਹੀ ਕੋਈ ਕਨਵਰਸੇਸ਼ਨ ਦਾ ਜਾਂ ਡਿਸੀਜਨ ਦਾ ਜੇ ਕੋਈ ਆਪਾਂ ਇਸ ਬਾਰੇ ਕੋਈ ਗੱਲ ਕਰ ਸਕਦੇ ਹਾਂ। ਇਹ ਚੀਜ਼ਾਂ ਨੇ ਆਉਣ ਵਾਲੇ ਭਵਿੱਖ ਦੇ ਗਰਭ ਦੇ ਵਿੱਚ ਕੀ ਹੈ, ਇਹਦੇ ਬਾਰੇ ਮੈਂ ਕੀ ਦੱਸ ਸਕਦਾ। ਮੈਂ ਅਰੋੜਾ ਸਾਹਿਬ ਤੁਹਾਨੂੰ ਸਵਾਲ ਇਸ ਲਈ ਪੁੱਛਿਆ ਕਿ ਸਿੱਧੂ ਸਾਹਿਬ ਪਹਿਲੇ ਦਿਨ ਤੋਂ ਉਹੀ ਮਸਲੇ ਚੱਕਦੇ ਆ ਰਹੇ ਨੇ, ਅੱਜ ਵੀ ਉਹਨਾਂ ਤੇ ਖੜੇ ਨੇ ਔਰ ਪਹਿਲੇ ਦਿਨ ਵੀ ਉਹਨਾਂ ਤੇ ਖੜੇ ਸੀ। ਇਹ ਸਪਸ਼ਟ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆ, ਅਲਟੀਮੇਟਲੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡਲਾਈਨ ਕਰ ਦਿੱਤਾ ਗਿਆ, ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲ ਗਈ। ਆਮ ਆਦਮੀ ਪਾਰਟੀ ਦਾ ਰੁਖ ਉਸੇ ਦਿਨ ਤੋਂ ਨਵਜੋਤ ਸਿੰਘ ਸਿੱਧੂ ਪ੍ਰਤੀ ਬਦਲ ਗਿਆ, ਤਿੱਖਾ ਹੋ ਗਿਆ। 100 ਬਿਆਨ ਪਏ ਹੋਣਗੇ, ਤੁਸੀਂ ਵੀ ਸੁਣ ਸਕਦੇ ਹੋ, ਸਾਡੇ ਕੋਲ ਵੀ ਪਏ ਆ, ਜਦੋਂ ਮਰਜ਼ੀ ਸੁਣ ਲਿਓ। ਉਸ ਤੋਂ ਬਾਅਦ ਹੁਣ ਵੀ ਸਿੱਧੂ ਉਹੀ ਮਸਲੇ ਚੱਕ ਰਹੇ ਨੇ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਬਿਲਕੁਲ ਠੀਕ ਹੈ ਜਿਹੜੇ ਮਸਲੇ ਚੱਕ ਰਹੇ ਨੇ। ਫਿਰ ਜਾਂ ਉਦੋਂ ਫਰਕ ਸੀ ਜਾਂ ਹੁਣ ਫਰਕ ਹੈ? ਸੀਗਾ ਫਰਕ, ਕਾਂਗਰਸ ਦੀ ਸਿਚੁਏਸ਼ਨ ਦੇ ਵਿੱਚ ਆ ਚੁੱਕਿਆ, ਉਹ ਇਸ ਕਰਕੇ ਆ ਚੁੱਕਿਆ। ਉਹਦੇ ਨਾਲ ਗੱਲਬਾਤ ਕਰਦੀ ਤਾਂ ਕਿ ਪਤਾ ਲੱਗ ਸਕੇ ਕਿ ਕੀ ਕੁਝ ਪੁੱਛਗਿੱਛ ਕੀਤੀ ਗਈ ਆ, ਕਿਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਕੀਤੇ ਗਏ ਨੇ। ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਗੱਲਬਾਤ ਕਰਨ ਦੀ, ਪਰ ਹਾਲ ਫਿਲਹਾਲ ਦੀ ਕੜੀ ਅਪਡੇਟ ਕਿ ਰਾਮ ਰਹੀਮ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਸਿੱਟ ਹੈ ਜਿਹੜੀ ਉਹ ਬਾਹਰ ਨਿਕਲ ਆਈ ਹੈ ਔਰ ਇੱਥੋਂ ਰਵਾਨਾ ਹੋ ਗਈ ਹੈ। ਅੱਗੇ ਕੀ ਵਾਪਸੀ ਪੰਜਾਬ ਵੱਲ ਹੋਏਗੀ, ਅੱਗੇ ਜਿਹੜੇ ਫੈਕਟ ਨੇ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ। ਨਪਿੰਦਰ ਸਿੰਘ ਬਰਾੜ, ਨਿਊਜ਼ 18, ਸੁਨਾਰੀਆ ਜੇਲ੍ਹ, ਰੋਹਤਕ। ਤਾਂ ਐਸਆਈਟੀ ਵੱਲੋਂ ਪੁੱਛਗਿੱਛ ਸਮਾਪਤ ਕਰ ਲਈ ਗਈ ਹੈ ਗੁਰਮੀਤ ਰਾਮ ਰਹੀਮ ਸਿੰਘ ਤੋਂ, ਔਰ ਹੁਣ ਇੰਤਜ਼ਾਰ ਹੈ ਕਿ ਕੀ ਐਸਆਈਟੀ ਮੀਡੀਆ ਦੇ ਨਾਲ ਗੱਲਬਾਤ ਕਰਦੀ ਹੈ, ਕੋਈ ਅਪਡੇਟ ਆ ਸਕਦੀ ਹੈ। ਇਸ ਦੀ ਕੋਸ਼ਿਸ਼ ਸਾਡੇ ਸਹਿਯੋਗੀ ਨਪਿੰਦਰ ਬਰਾੜ ਕਰ ਰਹੇ ਨੇ। ਪੁੱਛਤਾਛ ਖਤਮ ਹੋ ਚੁੱਕੀ ਹੈ, ਪੁੱਛਗਿੱਛ ਖਤਮ ਹੋ ਚੁੱਕੀ ਹੈ, ਕਾਫੀ ਲੰਬੀ, ਕਈ ਘੰਟੇ ਇਹ ਪੁੱਛਗਿੱਛ ਚੱਲੀ ਹੈ। ਕਿੰਨੇ ਸਵਾਲਾਂ ਦੀ ਫਹਿਰਿਸਤ ਸੀ, ਕਿੰਨੇ ਸਵਾਲ ਰਾਮ ਰਹੀਮ ਤੋਂ ਪੁੱਛੇ ਗਏ ਨੇ, ਕੀ ਐਸਆਈਟੀ ਇਸ ਬਾਬਤ ਕੋਈ ਜਵਾਬ ਦੇਵੇਗੀ, ਇਸ ਦਾ ਇੰਤਜ਼ਾਰ ਹੈ। ਕੋਸ਼ਿਸ਼ ਕਰ ਰਹੇ ਨੇ ਸਾਡੇ ਸਹਿਯੋਗੀ, ਉੱਥੇ ਮੌਜੂਦ ਨੇ ਰੋਹਤਕ ਜੇਲ੍ਹ, ਜਿਹੜੀ ਸੁਨਾਰੀਆ ਜੇਲ੍ਹ ਹੈ ਉਸ ਦੇ ਬਾਹਰ, ਔਰ ਕੋਸ਼ਿਸ਼ ਰਹੇਗੀ ਐਸਆਈਟੀ ਦੇ ਨਾਲ ਗੱਲਬਾਤ ਕਰਨ ਦੀ। ਮੈਰਾਥਨ ਪੁੱਛਗਿੱਛ ਹੋਈ ਹੈ ਐਸਆਈਟੀ ਤੋਂ, ਗੁਰਮੀਤ ਰਾਮ ਰਹੀਮ ਤੋਂ ਮੈਰਾਥਨ ਪੁੱਛਗਿੱਛ ਹੋਈ ਹੈ। ਸਵਾਲ ਪੁੱਛੇ ਗਏ ਨੇ ਬੇਅਦਬੀ ਕੇਸ ਦੇ ਵਿੱਚ ਜਿਹੜੀ ਐਫਆਈਆਰ ਨੰਬਰ 63 ਦਰਜ ਹੋਈ ਸੀ, ਉਸ ਐਫਆਈਆਰ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਐਸਆਈਟੀ ਲਗਾਤਾਰ ਕੋਸ਼ਿਸ਼ ਕਰਦੀ ਰਹੀ ਹੈ। ਜਦੋਂ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ, ਉਸ ਤੋਂ ਬਾਅਦ ਇਹ ਐਫਆਈਆਰ ਨੰਬਰ 63 ਦਰਜ ਹੋਈ ਸੀ। ਐਸਆਈਟੀ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਪੁੱਛਗਿੱਛ ਕੀਤੀ ਜਾਵੇ। ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਪਰ ਉਸ ਵੇਲੇ ਰੋਹਤਕ ਜ਼ਿਲ੍ਹਾ ਪ੍ਰਸ਼ਾਸਨ ਨੇ, ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਸ ਤੋਂ ਬਾਅਦ ਫਰੀਦਕੋਟ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਜਾਰੀ ਹੁੰਦੇ ਨੇ, ਉਹਨਾਂ ਪ੍ਰੋਡਕਸ਼ਨ ਵਾਰੰਟਸ ਨੂੰ ਚੈਲੰਜ ਕੀਤਾ ਜਾਂਦਾ ਹੈ ਹਾਈ ਕੋਰਟ ਦੇ ਵਿੱਚ, ਔਰ ਉਸ ਤੋਂ ਬਾਅਦ ਹਾਈ ਕੋਰਟ ਉਸ ਤੇ ਸਟੇ ਲਗਾ ਦਿੰਦਾ ਹੈ, ਜਾਂ ਹਾਈ ਕੋਰਟ ਇਹ ਕਹਿ ਦਿੰਦੀ ਹੈ ਕਿ ਐਸਆਈਟੀ ਰੋਹਤਕ ਜੇਲ੍ਹ ਜਾ ਕੇ ਪੁੱਛਗਿੱਛ ਕਿਉਂ ਨਹੀਂ ਕਰ ਸਕਦੀ, ਕਿਉਂਕਿ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਿਕਿਉਰਿਟੀ ਇਸ਼ੂ ਵੀ ਹੈ। ਇਸ ਕਰਕੇ ਸਟੇਟ ਗਵਰਨਮੈਂਟਸ, ਖਾਸ ਕਰਕੇ ਜੇ ਹਰਿਆਣਾ ਦੀ ਗਵਰਨਮੈਂਟ ਹੈ, ਉਹ ਨਹੀਂ ਚਾਹੁੰਦੇ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਮੁਸੀਬਤ ਖੜੀ ਹੋ ਜੇ। ਇਸ ਕਰਕੇ ਅਦਾਲਤ ਨੇ ਕਿਹਾ ਕਿ ਐਸਆਈਟੀ ਉੱਥੇ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਉਸ ਤੋਂ ਬਾਅਦ ਅੱਜ ਐਸਆਈਟੀ ਗਈ, ਲੰਮੀ ਚੌੜੀ ਪੁੱਛਗਿੱਛ ਹੋਈ ਹੈ, ਕਈ ਘੰਟੇ, ਕਰੀਬ 8, 9, 10 ਘੰਟੇ ਇਹ ਪੁੱਛਗਿੱਛ ਜਿਹੜੀ ਹੈ ਚੱਲਦੀ ਰਹੀ ਹੈ। ਹੁਣ ਇਹ ਪੁੱਛਗਿੱਛ ਖਤਮ ਹੋ ਚੁੱਕੀ ਹੈ, ਐਸਆਈਟੀ ਬਾਹਰ ਆ ਰਹੀ ਹੈ। ਮੀਡੀਆ ਕਰਮੀਆਂ ਦੀ ਕੋਸ਼ਿਸ਼ ਹੈ, ਸਾਡੇ ਸਹਿਯੋਗੀਆਂ ਦੀ ਕੋਸ਼ਿਸ਼ ਹੈ ਕਿ ਉਹਨਾਂ ਦੇ ਨਾਲ ਗੱਲਬਾਤ ਕਰ ਸਕਣ। ਨਿਊਜ਼ 18 ਇਸ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੋਈ ਅਪਡੇਟ ਅੰਦਰੋਂ ਨਿਕਲ ਕੇ ਆ ਸਕੇ, ਕੀ ਗੱਲਬਾਤ ਹੋਈ ਹੈ, ਕਿਹੜੇ ਸਵਾਲ ਪੁੱਛੇ ਗਏ ਨੇ, ਕਿੰਨੀ ਲੰਬੀ ਚੌੜੀ ਲਿਸਟ ਸੀ, ਫਹਿਰਿਸਤ ਸੀ ਸਵਾਲਾਂ ਦੀ, ਕਿਹੜੇ ਸਵਾਲ ਸੀ, ਖਾਸ ਕਰਕੇ ਉਸ ਸਭ ਤੋਂ ਵੱਡੇ ਘਟਨਾਕ੍ਰਮ ਨੂੰ ਲੈ ਕੇ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੀ
ਇੱਕ ਬਹੁਤ ਵੱਡਾ ਸਵਾਲ ਬਣ ਕੇ ਖੜਾ ਹੈ। ਇੱਕ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਸਵਾਲ ਬਣ ਕੇ ਖੜਾ ਹੈ ਕਿ ਆਖਿਰ ਬੇਅਦਬੀ ਹੋਈ ਕਿਵੇਂ, ਆਖਿਰ ਬੇਅਦਬੀ ਕਰਵਾਈ ਕਿਸਨੇ, ਉਸ ਦੇ ਵਿੱਚ ਕਿਸ ਦਾ ਹੱਥ ਸੀ। ਸਿਆਸੀ ਲੋਕਾਂ ਤੇ ਸਵਾਲ ਉੱਠਦੇ ਰਹੇ ਨੇ, ਉਹਨਾਂ ਤੇ ਨਿਸ਼ਾਨੇ ਲੱਗਦੇ ਰਹੇ ਨੇ, ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਬਿਆਨਬਾਜ਼ੀ ਕਰਦੀਆਂ ਰਹੀਆਂ ਨੇ। ਅੱਜ ਵੀ ਉਹ ਬਿਆਨਬਾਜ਼ੀ ਬਾਦਸਤੂਰ ਜਾਰੀ ਹੈ। ਅੱਜ ਵੀ ਸੱਤਾਧਾਰੀ ਧਿਰਾਂ ਨੂੰ, ਮੌਜੂਦਾ ਧਿਰਾਂ ਨੂੰ ਸਵਾਲ ਪੁੱਛੇ ਜਾਂਦੇ ਨੇ, ਨਵੇਂ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਜਾਂਦੇ ਨੇ। ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਵਿਦਨ ਪਾਰਟੀ ਇਸ ਇਸ਼ੂ ਨੂੰ ਲੈ ਕੇ ਡਿਫਰੈਂਸਿਸ ਨੇ। ਸਿੱਧਾ ਨਵਜੋਤ ਸਿੱਧੂ ਸਵਾਲ ਚੱਕਦੇ ਨੇ ਆਪਣੇ ਮੁੱਖ ਮੰਤਰੀ ਤੇ ਔਰ ਪੁੱਛਦੇ ਨੇ ਕਿ ਬੇਅਦਬੀਆਂ ਦੇ ਇਨਸਾਫ ਕਦੋਂ ਦਿਓਗੇ। ਸੋ ਇਹ ਕੜੀ ਵੀ ਉਸੇ ਦੇ ਨਾਲ ਜੁੜੀ ਹੋਈ ਹੈ ਜਦੋਂ SIT ਪੁੱਛਗਿੱਛ ਕਰਨ ਪਹੁੰਚੀ ਹੈ ਔਰ SIT ਨੇ ਇੱਕ ਲੰਮੀ ਚੌੜੀ ਮੈਰਾਥਨ, ਜਿਸ ਨੂੰ ਕਿਹਾ ਜਾਂਦਾ ਹੈ ਮੈਰਾਥਨ, ਪੁੱਛਗਿੱਛ ਕੀਤੀ ਹੈ ਗੁਰਮੀਤ ਰਾਮ ਰਹੀਮ ਤੋਂ। ਹੁਣ ਉਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ, ਕੀ ਕੋਈ ਪੰਜਾਬ ਪੁਲਿਸ ਕੋਈ ਸਟੇਟਮੈਂਟ ਜਾਰੀ ਕਰਦੀ ਹੈ ਜਾਂ ਮੀਡੀਆ ਦੇ ਨਾਲ ਕੋਈ ਗੱਲਬਾਤ ਕਰਦੇ ਨੇ, ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੋ ਗੁਰਮੀਤ ਰਾਮ ਰਹੀਮ ਤੋਂ ਮੈਰਾਥਨ ਪੁੱਛਗਿੱਛ ਹੋਈ ਹੈ। ਅਸੀਂ ਕੋਸ਼ਿਸ਼ ਕਰਾਂਗੇ, ਨਪਿੰਦਰ ਬਰਾੜ ਸਾਡੇ ਸਹਿਯੋਗੀ ਸਵੇਰ ਤੋਂ SIT ਦੀ ਟੀਮ ਦੇ ਨਾਲ ਸੁਨਾਰੀਆ ਜੇਲ੍ਹ ਪਹੁੰਚੇ ਹੋਏ ਨੇ। ਜੇਲ੍ਹ ਦੇ ਬਾਹਰ ਮੀਡੀਆ ਕਰਮੀਆਂ ਨੂੰ ਰੋਕਿਆ ਗਿਆ, ਅੱਗੇ ਨਹੀਂ ਜਾਣ ਦਿੱਤਾ ਗਿਆ। ਉੱਥੋਂ ਲਗਾਤਾਰ ਜਿੰਨੀ ਵੀ ਅਪਡੇਟ ਆ ਰਹੀ ਸੀ ਨਿਕਲ ਕੇ ਉਹ ਸਾਡੇ ਤੱਕ ਪਹੁੰਚਾਉਂਦੇ ਰਹੇ। ਔਰ ਹੁਣ ਕੀ ਇਸ ਦੇ ਵਿੱਚ ਅਪਡੇਟ ਫਾਈਨਲ ਨਿਕਲ ਕੇ ਆਈ ਹੈ, ਕੀ ਗੱਲਬਾਤ SIT ਨੇ ਕੀਤੀ ਹੈ, ਕਿਹੜੇ ਤਰ੍ਹਾਂ ਦੇ ਸਵਾਲ ਸੀ। ਹਾਲਾਂਕਿ ਅੰਦਾਜ਼ਾ ਜ਼ਰੂਰ ਇਸ ਦਾ ਹੈ। ਸਵੇਰ ਤੋਂ ਅਸੀਂ ਜਦੋਂ ਆਪਸ ਦੇ ਵਿੱਚ ਚਰਚਾ ਕਰਦੇ ਹਾਂ ਆਪਣੇ ਸਹਿਯੋਗੀਆਂ ਦੇ ਨਾਲ ਤਾਂ ਇਸ ਦਾ ਜ਼ਿਕਰ ਜ਼ਰੂਰ ਕਰਦੇ ਰਹੇ ਹਾਂ ਕਿ ਕਿਹੜੇ ਸਵਾਲ ਹੋ ਸਕਦੇ ਹੈ। ਸਿੱਧਾ FIR ਨੰਬਰ 63 ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕਰਨ ਦਾ ਮਤਲਬ ਇਹ ਸੀ ਕਿ SIT ਸਮਝਦੀ ਹੈ ਕਿ ਡੇਰਾ ਸਿਰਸਾ ਦਾ ਹੱਥ ਇਸ ਦੇ ਪਿੱਛੇ ਹੋ ਸਕਦਾ ਹੈ। ਜੋ ਬੇਅਦਬੀਆਂ ਹੋਈਆਂ ਸੀ ਇਸ ਦੇ ਪਿੱਛੇ ਹੋ ਸਕਦਾ ਹੈ, ਕਿਉਂਕਿ ਪਹਿਲਾਂ ਵੀ ਕਈ ਵਿਅਕਤੀ ਅਰੈਸਟ ਕੀਤੇ ਗਏ ਸੀ। ਪਰ ਹਲੇ ਤੱਕ ਇਸ ਦੇ ਵਿੱਚੋਂ ਉਹ ਚੱਲੀ ਆ ਪੁੱਛਗਿੱਛ ਤੋਂ ਬਾਅਦ ਟੀਮ ਰਵਾਨਾ ਹੋਈ ਹੈ। ਹਾਲਾਂਕਿ ਬਾਹਰ ਨਿਕਲ ਕੇ ਮੀਡੀਆ ਦੇ ਨਾਲ ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ, ਪਰ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਤਾਂ ਕਿ ਪਤਾ ਲੱਗ ਸਕੇ ਕਿ ਕੀ ਕੁਝ ਪੁੱਛਗਿੱਛ ਕੀਤੀ ਗਈ ਆ, ਕਿਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਕੀਤੇ ਗਏ ਨੇ। ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਗੱਲਬਾਤ ਕਰਨ ਦੀ। ਪਰ ਹਾਲ ਫਿਲਹਾਲ ਦੀ ਕੜੀ ਅਪਡੇਟ ਕਿ ਰਾਮ ਰਹੀਮ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਸਿੱਟ ਹੈ ਜਿਹੜੀ ਉਹ ਬਾਹਰ ਨਿਕਲ ਆਈ ਹੈ ਔਰ ਇੱਥੋਂ ਰਵਾਨਾ ਹੋ ਗਈ ਹੈ। ਅੱਗੇ ਕੀ ਵਾਪਸੀ ਪੰਜਾਬ ਵੱਲ ਹੋਏਗੀ, ਅੱਗੇ ਜਿਹੜੇ ਫੈਕਟ ਨੇ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਨਪਿੰਦਰ ਸਿੰਘ ਬਰਾੜ, ਨਿਊਜ਼ 18, ਸੁਨਾਰੀਆ ਜੇਲ੍ਹ, ਰੋਹਤਕ। ਤਾਂ SIT ਰਵਾਨਾ ਹੋ ਗਈ ਹੈ, ਬਿਨਾਂ ਮੀਡੀਆ ਨਾਲ ਕੋਈ ਗੱਲਬਾਤ ਕੀਤੇ SIT ਰਵਾਨਾ ਹੋ ਗਈ ਹੈ। ਜਿਵੇਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਜਾਣਕਾਰੀ ਦੇ ਰਹੇ ਸੀ ਰੋਹਤਕ ਸੁਨਾਰੀਆ ਜੇਲ੍ਹ ਦੇ ਬਾਹਰ ਤੋਂ, ਯਾਨੀ SIT ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਕਿਸੇ ਤਰੀਕੇ ਦੀ ਕੋਈ ਸਟੇਟਮੈਂਟ ਨਹੀਂ ਦਿੱਤੀ, ਪੁੱਛਗਿੱਛ ਕੀਤੀ, ਬਾਹਰ ਆਏ, ਗੱਡੀਆਂ 'ਚ ਬੈਠੇ, ਨਿਕਲ ਗਏ। ਸੋ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ, ਪਰ SIT ਉੱਥੋਂ ਜਾ ਚੁੱਕੀ ਹੈ। ਹੁਣ ਅੱਗੇ ਦੀ ਕੀ ਅਪਡੇਟ ਹੈ, ਕੀ ਕੋਈ ਪ੍ਰੈਸ ਨੋਟ ਇਸ਼ੂ ਕੀਤਾ ਜਾਂਦਾ ਹੈ ਜਾਂ ਕੋਈ ਬਿਆਨ ਜਾਰੀ ਕੀਤਾ ਜਾਂਦਾ ਹੈ, ਇਸ ਦਾ ਇੰਤਜ਼ਾਰ ਰਹੇਗਾ। ਪਰ ਮੌਕੇ ਤੇ ਮੌਜੂਦ ਮੀਡੀਆ ਦੇ ਨਾਲ SIT ਨੇ ਕੋਈ ਗੱਲਬਾਤ ਨਹੀਂ ਕੀਤੀ, ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਪੁੱਛਗਿੱਛ ਦੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ। ਸੋ ਲਗਾਤਾਰ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਇਸ ਨਾਲ ਜੁੜੀ ਹਰ ਅਪਡੇਟ ਦਰਸ਼ਕਾਂ ਤੱਕ ਪਹੁੰਚਾਈਏ, ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਹੈ, ਹਰ ਕੋਈ ਇਸ ਚੀਜ਼ ਨੂੰ ਲੈ ਕੇ ਇਸ ਚੀਜ਼ ਦੇ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਇਆ ਹੈ। ਪੰਜਾਬ ਦਾ ਇਹ ਸਭ ਤੋਂ ਵੱਡਾ ਘਟਨਾਕ੍ਰਮ ਅੱਜ ਤੱਕ ਦਾ ਰਿਹਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੀ ਇਹ ਮੁੱਦਾ ਜਿਹੜਾ ਹੈ ਉਸੇ ਤਰੀਕੇ ਨਾਲ ਖੜਾ ਹੈ ਔਰ ਅੱਜ ਵੀ ਪੋਲੀਟੀਸ਼ੀਅਨਸ ਨੂੰ, ਸਿਆਸਤਦਾਨਾਂ ਨੂੰ ਸਵਾਲ ਇਸ ਮੁੱਦੇ ਨੂੰ ਲੈ ਕੇ ਪੁੱਛੇ ਜਾਂਦੇ ਨੇ। ਨਪਿੰਦਰ ਬਰਾੜ ਸਾਡੇ ਸਹਿਯੋਗੀ ਸਿੱਧੇ ਜੁੜ ਗਏ ਨੇ। ਨਪਿੰਦਰ, ਕਿਸੇ ਤਰੀਕੇ ਦੀ ਕੋਈ ਗੱਲਬਾਤ, ਕੋਈ ਅਪਡੇਟ, ਕੋਈ ਵੇਰਵਾ ਨਸ਼ਰ ਹੋਇਆ ਹੋਵੇ, ਕਿਸੇ ਨੇ ਕੋਈ ਗੱਲਬਾਤ ਕੀਤੀ ਹੋਵੇ ਜਾਂ ਸਾਰੇ ਜਾ ਚੁੱਕੇ ਨੇ? ਵਿਜੇ ਟੀਮ ਅੰਦਰੋਂ ਨਿਕਲ ਆਈ ਔਰ ਇਹ ਦੇਖੋ ਗੱਡੀ ਬਿਲਕੁਲ ਅਸੀਂ ਟੀਮ ਦੇ ਨਾਲ ਜਾ ਰਹੇ ਹਾਂ। ਟੀਮ ਲੰਬੀ ਚੌੜੀ ਪੁੱਛਗਿੱਛ ਤੋਂ ਬਾਅਦ ਬਾਹਰ ਨਿਕਲੀ ਆ। ਕੁਝ ਸਕਿੰਟਾਂ ਦੇ ਵਿੱਚ ਹੀ ਅਸੀਂ ਟੀਮ ਦੇ ਮੁਖੀ ਦੇ ਨਾਲ ਗੱਲਬਾਤ ਕਰਾਂਗੇ ਔਰ ਲਾਈਵ ਸੁਣਾਵਾਂਗੇ ਕਿ ਕੀ ਸਵਾਲ ਜਵਾਬ ਕੀਤੇ ਗਏ ਨੇ। ਮਹਿਜ਼ ਕੁਝ ਸੈਕਿੰਡ ਲੱਗਦਾ ਹੈ ਕਿ ਗੱਡੀਆਂ ਇੱਥੇ ਮੁੜ ਰਹੀਆਂ ਨੇ ਔਰ ਇੱਥੇ ਸਿੱਟ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਅਸੀਂ ਹੁਣੇ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਉਹ ਕੀਤੀ ਗਈ ਹੈ। ਪਹੁੰਚ ਚੁੱਕੇ ਸੀ ਬਿਲਕੁਲ ਟੀਮ ਦੇ ਕੋਲ ਔਰ ਲਾਈਵ ਤਸਵੀਰਾਂ ਔਰ ਲਾਈਵ ਗੱਲਬਾਤ ਹੈ ਜਿਹੜੀ ਸਿੱਟ ਮੁਖੀ ਦੇ ਨਾਲ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਕਿਉਂਕਿ ਇੱਕ ਵੱਡੇ ਕੇਸ ਦੇ ਵਿੱਚ ਪੁੱਛਗਿੱਛ ਕਰਕੇ ਸਿੱਟ ਪਹੁੰਚੀ ਆ ਤਾਂ ਸ਼ਾਇਦ ਪੈਟਰੋਲ ਪੰਪ ਤੇ ਗੱਡੀਆਂ ਦੇ ਵਿੱਚ ਜਿਹੜਾ ਹੈਗਾ ਤੇਲ ਪਵਾਉਣ ਦੇ ਲਈ ਇਹ ਟੀਮ ਰੁਕੀ ਹੈ। ਤਾਂ ਜਿਹੜੇ IG ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੁਖਵਿੰਦਰ ਸਿੰਘ ਭੁੱਲਰ SSP ਜਿਹੜੇ ਨੇ ਉਹ ਵੀ ਨਾਲ ਸੀ। ਤਾਂ IG SPS ਪਰਮਾਰ ਸਾਹਿਬ,
ਮਿਲਿਆ ਏ ਡੇਰਾ ਮੁਖੀ ਨੂੰ? 2-4 ਹੋਰਾਂ ਨੂੰ ਵੀ ਬੁਲਾ ਤੁਸੀਂ ਅਸੀਂ ਲਾਈਵ ਜਾ ਰਹੇ ਜੀ, ਉਹ ਵੀ ਆ ਜਾਣਗੇ ਬਾਅਦ। ਹਾਂ ਮਿਲਿਆ ਕੀ ਕਿੰਨੇ ਸਵਾਲ ਹੋਏ ਜੀ, ਕੀ ਉਹਨੇ ਕੋਆਪਰੇਟ ਕੀਤਾ? ਇਹ ਤੇ ਜੋ ਕੁਝ ਪੁਆਇੰਟ ਨਾ ਉਹ ਸ਼ੇਅਰ ਨਹੀਂ ਕਰ ਸਕਦੇ ਬਿਕੋਜ਼ ਵੀ ਹੈਵ ਟੂ ਸਬਮਿਟ ਅ ਰਿਪੋਰਟ ਟੂ ਦ ਹਾਈ ਕੋਰਟ ਔਨ 12th। ਇੱਕ ਨਾ ਇਹ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੀ ਸਾਡੇ ਕੋਲ ਜਾਣਕਾਰੀ ਆ ਰਹੀ ਸੀ ਕਿ ਕਿਤੇ ਨਾ ਕਿਤੇ ਟਾਲ ਮਟੋਲ ਕਰ ਰਿਹਾ, ਤੁਸੀਂ ਸਿੱਧੇ ਸਵਾਲ ਪੁੱਛ ਰਹੇ ਸੀ ਪਰ ਉਹ ਬੜਾ ਘੁਮਾ ਫਿਰਾ ਕੇ ਜਵਾਬ ਦੇਣ ਦੀ ਕੋਸ਼ਿਸ਼ ਉਹਨੇ ਕੀਤੀ। ਨਹੀਂ ਉੱਥੇ ਤੇ ਅਸੀਂ ਵੀ ਮੋਬਾਈਲ ਲੈ ਕੇ ਨਹੀਂ ਜਾ ਸਕਦੇ, ਸਾਨੂੰ ਕਿੱਥੋਂ ਪਤਾ ਲੱਗਦਾ? ਸਾਡੇ ਕੋਲ ਇਹ ਜਦ ਤੁਸੀਂ ਦੱਸੋ ਵੀ ਇਹ ਹੋਇਆ ਕਿ ਨਹੀਂ, ਟਾਲ ਮਟੋਲ ਦੀ ਕੋਸ਼ਿਸ਼ ਕੀਤੀ ਉਹਨੇ? ਐਸੀ ਕੋਈ ਗੱਲ ਨਹੀਂ, ਵੀਲ ਸਬਮਿਟ ਦ ਕੰਪ੍ਰੀਹੈਂਸਿਵ ਰਿਪੋਰਟ ਟੂ ਦ ਹਾਈ ਕੋਰਟ, ਦੈਟਸ ਵਾਟ ਹੀ ਸਪੋਜ਼ਡ ਟੂ ਡੂ ਐਂਡ ਵੀ ਸ਼ੁਡ ਨਾਟ ਡਿਵਲਜ ਦ ਡਿਟੇਲਸ ਟੂ ਦ ਮੀਡੀਆ। ਕਿੰਨੇ ਘੰਟੇ ਤੱਕ ਇਹ ਜਿਹੜੀ ਲੰਬੀ ਚੌੜੀ ਪੁੱਛਗਿੱਛ ਰਹੀ ਹੈ? ਅਰਾਊਂਡ 10:30 ਇਨ ਦ ਮਾਰਨਿੰਗ ਵੀ ਫਿਨਿਸ਼ ਦ ਜੌਬ ਬਾਈ 6 o'clock in the evening। ਕਿਉਂਕਿ ਜੇਲ੍ਹ ਮੈਨੂਅਲ ਹੁੰਦਾ ਹੈ, ਪਹਿਲਾਂ ਸਾਡੇ ਕੋਲੇ ਜਿਸ ਤਰ੍ਹਾਂ ਸਾਨੂੰ ਪਤਾ ਲੱਗ ਰਿਹਾ ਸੀ 5 ਵਜੇ ਤੱਕ, ਉਸ ਤੋਂ ਬਾਅਦ ਉਸ ਨੂੰ ਸ਼ਾਇਦ ਬੰਦੀ ਕਰ ਦਿੱਤੀ ਜਾਵੇ, ਪਰ ਜੇ ਉਹ ਚਾਹੁੰਦਾ ਤਾਂ ਉਹ ਪੁੱਛਗਿੱਛ ਦੇ ਵਿੱਚ ਸਹਿਯੋਗ ਕਰ ਸਕਦਾ, ਇਹ ਵੀ ਜਾਣਕਾਰੀ ਮਿਲੀ ਸੀ। ਤੇ ਕੀ ਪਰਮਿਸ਼ਨ ਫਿਰ ਤੋਂ ਲਏਗੀ ਉਹਦੇ ਲਈ? ਨਹੀਂ ਉਹ ਇਟ ਵਾਸ ਅ ਕੰਟੀਨਿਊਸ ਪ੍ਰੋਸੈਸ। ਦੂਸਰੀ ਗੱਲ ਇਹ ਹੈ ਕਿ ਲੋਡ ਪਈ ਤਾਂ ਅਸੀਂ ਵੀ ਕੁਡ ਹੈਵ ਕੰਟੀਨਿਊ ਟੁਮਾਰੋ ਆਲਸੋ, ਉਹਦੇ ਤੋਂ ਕੋਈ ਪ੍ਰੋਬਲਮ ਨਹੀਂ ਹੁੰਦੀ। ਦੁਬਾਰਾ ਫਿਰ ਤੋਂ ਤੁਸੀਂ ਆ ਸਕਦੇ ਹੋ ਅਗਰ ਕਰਨਾ ਚਾਹੁੰਦੇ ਤਾਂ ਕੱਲ ਨੂੰ ਵੀ ਕਰ ਸਕਦੇ ਸੀ, ਕੋਈ ਖਾਸ ਗੱਲ ਨਹੀਂ ਹੈ। ਭਾਈ ਸਾਹਿਬ ਇੱਕ ਚੀਜ਼ ਜਾਣਨੀ ਚਾਹਾਂਗਾ, ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿੱਧੀ ਨਜ਼ਰ ਹੈ ਔਰ ਸਭ ਦਾ ਫੋਕਸ ਅੱਜ ਇਹ ਹੈ ਕਿ ਇੱਕ ਵੱਡਾ ਕੇਸ ਬੇਅਦਬੀ ਮਾਮਲਾ, ਦੇਖੋ ਭਾਵਨਾਵਾਂ ਜੁੜੀਆਂ ਹੋਈਆਂ ਨੇ ਲੋਕਾਂ ਦੀਆਂ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਕ ਨਤੀਜੇ ਤੇ ਸਰਸੇ ਵਾਲਾ ਬੜਾ ਪ੍ਰਮੁੱਖ ਸੀਗਾ ਕਿ ਸਰਸੇ ਵਾਲੇ ਤੋਂ ਸਵਾਲ ਜਵਾਬ ਕਦੋਂ ਹੋਣਗੇ। ਤਾਂ ਇੱਕ ਬੇਸ਼ੱਕ ਤੁਸੀਂ ਕਲੀਅਰ ਨਹੀਂ ਦੱਸ ਸਕਦੇ, ਤੁਸੀਂ ਕੋਰਟ ਦੇ ਵਿੱਚ ਰਿਪੋਰਟ ਦੇਣੀ ਹੈ, ਪਰ ਲੋਕਾਂ ਨੂੰ ਇੱਕ ਸੰਕੇਤ ਤੁਹਾਡੇ ਜ਼ਰੀਏ ਅਸੀਂ ਦੇਣਾ ਚਾਹਾਂਗੇ ਕਿ ਕੀ ਹੁਣ ਇਹ ਕੇਸ ਆ ਜਿਹੜਾ ਨੇੜੇ ਹੁੰਦਾ ਲੱਗਦਾ ਤੁਹਾਨੂੰ? ਜਿਹੜੀਆਂ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੇ ਸਵਾਲ ਸੀ, ਤੁਹਾਨੂੰ ਲੱਗਦਾ ਹੈ ਕਿ ਹੁਣ ਉਹਨਾਂ ਜਵਾਬਾਂ ਦੇ ਨਾਲ ਤੁਸੀਂ ਇਸ ਕੇਸ ਨੂੰ ਜਿਹੜਾ ਫਾਈਂਡਿੰਗ ਵਾਲੇ ਪਾਸੇ ਜਾਂ ਕਲੋਜ਼ਿੰਗ ਵਾਲੇ ਪਾਸੇ ਲਿਜਾ ਸਕਦੇ ਹੋ, ਅੰਜਾਮ ਤੇ ਪਹੁੰਚਾ ਸਕਦੇ ਹੋ? ਨਹੀਂ ਇਸ ਤਰ੍ਹਾਂ ਕਿ ਜਦੋਂ ਹਾਈ ਕੋਰਟ ਰਿਪੋਰਟ ਸਬਮਿਟ ਕਰਾਂਗੇ ਨਾ, ਦੈਟ ਵਿਲ ਬੀ ਅ ਬੈਟਰ ਟਾਈਮ ਟੂ ਟੈਲ ਦ ਪੀਪਲ ਵਾਟ ਹੈਜ਼ ਹੈਪਨਡ ਓਵਰ देयर ਬਿਕਾਜ਼ ਆਈ ਕਾਂਟ ਡਿਵਲਜ ਦ ਡਿਟੇਲਸ ਐਟ ਦਿਸ ਜੰਕਚਰ। ਇੱਕ ਚੀਜ਼ ਹੋਰ, ਕੀ ਅੱਜ ਰਾਮ ਰਹੀਮ ਦੀ ਗ੍ਰਿਫਤਾਰੀ ਵੀ ਪਾਈ ਗਈ? ਕੀ ਉਹਨਾਂ ਨੂੰ ਉਸ ਨੂੰ ਤੁਸੀਂ ਇਸ ਕੇਸ ਦੇ ਵਿੱਚ ਅਰੈਸਟ ਕਰ ਲਿਆ ਜਾਂ ਫਿਰ ਮਹਿਜ਼ ਪੁੱਛਗਿੱਛ ਹੋਈ ਹੈ, ਅਰੈਸਟ ਹਲੇ ਬਾਕੀ ਹੈ? ਨਹੀਂ ਉਹ ਸਾਰੀ ਰਿਪੋਰਟ ਨਾ ਹਾਈ ਕੋਰਟ 'ਚ 12 ਤਰੀਕ ਤੋਂ ਪਹਿਲਾਂ ਅਸੀਂ ਸਬਮਿਟ ਕਰਾਂਗੇ। ਯਾਨੀ ਹਲੇ ਕੁਝ ਵੀ ਤੁਸੀਂ ਜ਼ਿਆਦਾ ਕਲੀਅਰ ਕਰਨਾ ਨਹੀਂ ਚਾਹੁੰਦੇ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੋਕ, ਕਿਉਂਕਿ ਬੜੇ ਲੋਕਾਂ ਦੇ ਵਿੱਚ, ਸਾਡੇ ਮਨ ਦੇ ਵਿੱਚ ਵੀ, ਲੋਕਾਂ ਦੇ ਮਨ ਦੇ ਵਿੱਚ ਵੀ ਹੈ, ਔਰ ਮੈਨੂੰ ਲੱਗਦਾ ਜੇ ਤੁਹਾਡੇ ਆਸੇ-ਪਾਸੇ ਜਿਹੜੇ ਤੁਹਾਡੀ ਟੀਮ ਹੈ ਇਹ ਵੀ ਕਿਉਂਕਿ ਪੰਜਾਬ ਨਾਲ ਹੀ ਜੁੜੀ ਹੋਈ ਆ, ਇਹਨਾਂ ਨੂੰ ਵੀ ਲੱਗਦਾ ਹੈ ਕਿ ਸਾਨੂੰ ਪਤਾ ਲੱਗ ਜੇ ਵੀ ਜਿਹੜਾ ਹੁਣ ਤੱਕ ਉਹਦੇ ਵਿੱਚ ਮੁਲਜ਼ਮ ਹੈ ਕਿ ਉਹ ਦੋਸ਼ੀ ਵੀ ਹੈ। ਤੁਹਾਡੇ ਸਵਾਲਾਂ ਦੇ ਜਵਾਬਾਂ ਤੋਂ ਤੁਹਾਨੂੰ ਕੁਝ ਕਲੀਅਰ ਹੁੰਦਾ ਇਹ ਕਿ ਵੀ ਸ਼ੁਡ ਰਿਸਪੈਕਟ ਦ ਕੋਰਟ ਆਰਡਰ। 12 ਨੂੰ ਜਦੋਂ ਰਿਪੋਰਟ ਦੇਵਾਂਗੇ, ਨੈਚੁਰਲੀ ਇਟ ਇਜ਼ ਅ ਪਬਲਿਕ ਡਾਕੂਮੈਂਟ, ਐਨੀਬਡੀ ਕੈਨ ਟੇਕ ਇਟ ਫਰਮ देयर ਐਂਡ ਵੀ ਵਿਲ ਨਾਟ ਬੀ ਬਾਉਂਡ ਬਾਈ ਐਨੀ ਓਥ ਆਫ ਸੀਕ੍ਰੇਸੀ। ਇਸ ਦੀ ਰਿਪੋਰਟ ਹੈ ਜਿਹੜੀ ਤੁਸੀਂ ਫਰੀਦਕੋਟ ਕੋਰਟ ਦੇ ਵਿੱਚ ਜਿਹੜੀ ਜਮ੍ਹਾਂ ਕਰਾਉਣੀ ਹੈ 12 ਤਰੀਕ ਨੂੰ? ਨਹੀਂ, ਅਸੀਂ ਕਰਾਉਣੀ ਹੈ ਹਾਈ ਕੋਰਟ ਦੇ ਵਿੱਚ, ਕਿਉਂਕਿ ਜਿਹੜੀ ਫਰੀਦਕੋਟ ਦੀ ਕੋਰਟ ਹੈ ਉੱਥੇ ਅਸੀਂ ਚਲਾਨ ਪੁੱਟ ਅਪ ਕਰਨਾ ਹੁੰਦਾ, ਨਾ ਕਿ ਜਿਹੜਾ ਹਾਈ ਕੋਰਟ ਦੇ ਆਰਡਰ ਉਹ ਜਾ ਕੇ ਉੱਥੇ ਦੇਣੇ ਹੁੰਦੇ ਨੇ। ਤੇ 12 ਤਰੀਕ ਨੂੰ ਦੇਖੋ ਹਾਊ ਦਾ ਕੋਰਟ ਟੇਕਸ ਇਟ। ਇੱਕ ਹੋਰ, ਇੱਕ ਲੋਕਾਂ ਨੂੰ ਇਹ ਵੀ ਹੈ ਕਿ ਬੜੇ ਚਿਰ ਦਾ ਰਾਮ ਰਹੀਮ, ਬਲਾਤਕਾਰੀ ਰਾਮ ਰਹੀਮ ਕਹਿ ਸਕਦੇ ਆ, ਬਲਾਤਕਾਰੀ ਤੇ ਕਾਤਲ, ਉਹ ਕਹਿੰਦੇ ਕਿ ਅੰਦਰ ਬੜੀ ਉਹਦੀ ਡਿਮਾਂਡ ਸੀ ਕਿ ਮੇਰੀ ਦਾੜੀ ਥੋੜੀ ਚਿੱਟੀ ਹੋ ਗਈ ਹੈ, ਮੈਨੂੰ ਡਾਈ ਡੂਈ ਕਰਨ ਨੂੰ ਸਮਾਨ ਮਿਲ ਜੇ। ਤਾਂ ਉਹਦੀ ਲੁੱਕ ਕਿਹੋ ਜਿਹੀ ਸੀ? ਚਲੋ ਇੰਨਾ ਕੁ ਤਾਂ ਘੱਟੋ ਘੱਟ ਦੱਸ ਦਿਓ, ਤੁਸੀਂ ਸਵਾਲਾਂ ਜਵਾਬ ਤਾਂ ਨਹੀਂ ਦੇਣੇ, ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਵੀ ਰਾਮ ਰਹੀਮ ਦੇਖ ਕੇ ਇਹੋ ਜਿਹਾ ਰਿਹਾ ਸੀ, ਬੁੜਾ ਲੱਗਣ ਲੱਗ ਗਿਆ ਕਿ ਅਜੇ ਵੀ ਜਿਸ ਤਰ੍ਹਾਂ ਉਹ ਫਿਲਮਾਂ 'ਚ ਬੜੀ ਐਕਟਿੰਗ ਕਰਦਾ ਸੀ, ਹਲੇ ਵੀ ਉਹ ਜੌਹਰ ਦਿਖਾ ਰਿਹਾ ਸੀ? ਨਹੀਂ, ਉਹ ਕਸਟੋਡੀਅਨ ਹੈ ਜੇਲ੍ਹ ਡਿਪਾਰਟਮੈਂਟ ਹਰਿਆਣਾ ਦਾ। ਉਹਨਾਂ ਨੇ ਉਹਨੂੰ ਕਿੱਦਾਂ ਰੱਖਣਾ, ਕਿੱਦਾਂ ਨਹੀਂ ਰੱਖਣਾ, ਕੀ ਚੀਜ਼ ਅਵੇਲੇਬਲ ਕਰਾਉਣੀ ਆ ਨਹੀਂ ਕਰਾਉਣੀ, ਦੈਟ ਇਜ਼ ਅੰਡਰ ਦਾ ਪ੍ਰੋਟੋਕੋਲ ਆਫ ਦ ਜੇਨ ਵੈਲੂਅਰ ਆਫ ਦ ਹਰਿਆਣਾ, ਸੋ ਆਈ ਸ਼ੁਡ ਨਾਟ ਕਮੈਂਟ ਅਬਾਊਟ। ਚਲੋ ਲੁੱਕ ਬਾਰੇ ਤਾਂ ਦੱਸ ਦਿਓ, ਕਿੱਦਾਂ ਦੀ ਲੁੱਕ ਸੀ? ਦਾੜੀ ਚਿੱਟੀ ਹੋ ਗਈ, ਸਿਰ ਜਮਾਂ ਚਿੱਟਾ ਹੋ ਗਿਆ? ਨਹੀਂ, ਇਹ ਪਰਸਨਲ ਕੁਐਸਚਨ ਤੋਂ ਆਪਾਂ ਕੀ ਲੈਣਾ, ਅਸੀਂ ਆਬਜੈਕਟਿਵਲੀ ਕੰਮ ਕਰਦੇ ਹਾਂ ਨਾ। ਇੱਕ ਹੋਰ ਚੀਜ਼, ਉਹਦਾ ਮਨੋਬਲ ਅੱਜ ਕਿੱਦਾਂ ਦਾ ਲੱਗਿਆ? ਕਿਤੇ ਨਾ ਕਿਤੇ ਡਰਿਆ ਹੋਇਆ ਤੁਹਾਨੂੰ ਲੱਗਿਆ ਜਾਂ ਘਬਰਾਇਆ ਹੋਇਆ ਲੱਗਿਆ? ਕਿਉਂਕਿ ਹੁਣ ਤਾਂ ਉਹਦੇ ਕਹਿਣ ਨੂੰ ਸਜ਼ਾ ਹੀ ਪਤਾ ਨਹੀਂ ਕਿੰਨੇ ਕੇਸਾਂ 'ਚ ਹੋ ਗਈ ਤੇ ਕਿੰਨੇ ਗਾਲੇ ਪੈਂਡਿੰਗ ਨੇ। ਤਾਂ ਐਸੇ ਮਾਹੌਲ ਦੇ ਵਿੱਚ ਉਹਦੇ ਜ਼ਿਹਨ ਦੇ ਵਿੱਚ ਬੇਅਦਬੀ ਕੇਸ ਨੂੰ ਲੈ ਕੇ ਕੋਈ ਡਰ ਨਜ਼ਰ ਆ ਰਿਹਾ ਸੀ ਜਾਂ ਫਿਰ ਉਹਨੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਆਪਦੀ? ਇਹਦੇ 'ਚ ਮੇਰੀ ਜਿਹੜੀ ਪਰਸਨਲ ਪ੍ਰੈਜ਼ੰਪਸ਼ਨ ਹੈਗੀ ਆ ਜਾਂ ਪਰਸੈਪਸ਼ਨ ਹੈਗੀ ਆ, ਦੈਟ ਡਜ਼ ਨਾਟ ਮੈਟਰ, ਇਟ ਸ਼ੁਡ ਬੀ ਆਬਜੈਕਟਿਵ, ਸੋ ਲੈਟਸ ਅਵੋਇਡ ਇਟ। ਤਾਂ ਐਸਪੀਐਸ ਪਰਮਾਰ ਬੜੇ ਸੀਨੀਅਰ ਅਫਸਰ ਨੇ ਔਰ ਜਿਸ ਤਰ੍ਹਾਂ ਦੇ ਜਵਾਬ ਨੇ ਉਸ ਤੋਂ ਤੁਹਾਨੂੰ ਵੀ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਹਲੇ ਕੁਝ ਵੀ ਦੱਸਣਾ ਨਹੀਂ ਚਾਹੁੰਦੇ, ਪਰ ਉਹਨਾਂ ਦੀ ਸਮਾਈਲ ਹੈ ਜਿਹੜੀ ਉਹ ਬੜਾ ਕੁਝ ਕਹਿ ਸਕਦੇ ਬਿਆਨ ਕਰਦੀ ਹੈ, ਖਾਸ ਕਰਕੇ ਉਹ ਨਿੱਜੀ ਹੁਲੀਆ ਜਿਹੜਾ ਰਾਮ ਰਹੀਮ ਕੇ ਨਿੱਜੀ ਤੌਰ ਤੇ ਦੇਖ ਕੇ ਇਹ ਜਾ ਰਿਹਾ, ਕਿਉਂਕਿ ਰਾਮ ਰਹੀਮ ਨੂੰ ਲੈ ਕੇ ਬੜਾ ਵੱਡਾ ਸਵਾਲ ਹੈ ਕਿ ਦਾੜੀ ਦੂੜੀ ਡਾਈ ਕਰਨ ਦੇ ਲਈ ਕਹਿੰਦੇ ਸੀ ਕਿ ਮੰਗ ਰਿਹਾ ਸੀ ਉਹ ਕਲਰ, ਪਰ ਮਿਲਿਆ ਨਹੀਂ ਕਿਉਂਕਿ ਜੇਲ੍ਹ ਦਾ ਜਿਹੜਾ ਨਿਯਮ ਉਹਦੇ ਮੁਤਾਬਕ। ਤਾਂ
ਜਿਸ ਤਰ੍ਹਾਂ ਦਾ ਉਹਨਾਂ ਦੇ ਹਾਵ ਭਾਵ ਤੋਂ ਲੱਗਦਾ ਹੈ ਕਿ ਰਾਮ ਰਹੀਮ ਜਿਹੜਾ ਹੈਗਾ ਚਿੱਟੀ ਦਾੜੀ ਤੇ ਚਿੱਟੇ ਸਿਰ ਦੇ ਨਾਲ ਬੁੜਾ ਲੱਗਣ ਲੱਗ ਗਿਆ ਹੋਵੇਗਾ। ਨਿੱਜੀ ਟਿੱਪਣੀ ਵੀ ਉਹਨਾਂ ਨੇ ਨਹੀਂ ਕੀਤੀ ਤੇ ਨਾ ਹੀ ਹਲੇ ਤੱਕ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਰਾਮ ਰਹੀਮ ਨੇ। ਯਾਨੀ ਨਵਿੰਦਰ ਹੁਣ ਆਪਾਂ ਇਹ ਸਮਝ ਸਕਦੇ ਹਾਂ ਵੀ ਜੋ ਕੁਝ ਹੈ ਹੁਣ 12 ਤਰੀਕ ਤੋਂ ਪਹਿਲਾਂ ਕੋਰਟ ਦੇ ਵਿੱਚ ਸਬਮਿਟ ਕਰ ਦੇਣਾ ਹੈ। ਜੋ ਐਸਪੀਐਸ ਪਰਮਾਰ ਹੋਰੀ ਕਹਿ ਰਹੇ ਨੇ ਕਿ 12 ਤਰੀਕ ਤੋਂ ਪਹਿਲਾਂ ਕੋਰਟ ਦੇ ਵਿੱਚ ਸਾਰੇ ਡਾਕੂਮੈਂਟ ਸਬਮਿਟ ਕਰ ਦੇਣੇ ਆ। ਯਾਨੀ ਇਹ ਮੰਨ ਕੇ ਚੱਲੀਏ ਕਿ ਐਸਆਈਟੀ ਦੀਆਂ ਜਿਹੜੀਆਂ ਫਾਈਂਡਿੰਗਸ ਨੇ ਹੁਣ ਉਹ 12 ਤੋਂ ਪਹਿਲਾਂ ਸਾਹਮਣੇ ਆ ਹੀ ਜਾਣੀਆਂ। ਜੀ ਦੇਖੋ ਬਿਲਕੁਲ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣਗੇ ਰਿਪੋਰਟ ਸਾਫ਼ ਤੌਰ ਤੇ, ਕਿਉਂਕਿ ਮਾਮਲਾ ਬੜਾ ਗੰਭੀਰ ਆ ਅਸਲ ਦੇ ਵਿੱਚ ਵਿਜੇ, ਕਿਉਂਕਿ ਬੜੇ ਸੀਨੀਅਰ ਅਫਸਰ ਨੇ ਔਰ ਨਹੀਂ ਚਾਹੁੰਦੇ ਕਿ ਕਿਸੇ ਕਿਸਮ ਦੀ ਕੋਈ ਚੂਕ ਹੋਵੇ, ਨਹੀਂ ਚਾਹੁੰਦੇ ਕਿ ਕਿਸੇ ਕਿਸਮ ਦਾ ਕੋਈ ਐਸਾ ਮੌਕਾ ਜਿਹੜਾ ਹੈਗਾ ਕਿਸੇ ਨੂੰ ਮਿਲੇ ਕਿ ਸੈੱਟ ਤੇ ਸਵਾਲ ਚੁੱਕੇ ਜਾਣ, ਕਿ ਸੈੱਟ ਨੇ ਮੀਡੀਆ 'ਚ ਰਿਵੀਲ ਕਰ ਦਿੱਤਾ ਜਾਂ ਕਿਸੇ ਕਿਸਮ ਦਾ ਸਵਾਲ ਉੱਠੇ, ਕਿਉਂਕਿ ਜਿੱਥੇ ਮਾਮਲਾ ਗੰਭੀਰ ਆ ਸੈਂਸਿਟਿਵ ਉੱਥੇ ਪੋਲੀਟੀਕਲੀ ਵੀ ਮਾਮਲਾ ਬਹੁਤ ਗਰਮਾਇਆ ਹੋਇਆ। ਅਜਿਹੇ ਦੇ ਵਿੱਚ ਜਿਸ ਤਰ੍ਹਾਂ ਦਾ ਬਿਹੇਵ ਸਾਨੂੰ ਉਮੀਦ ਸੀ ਉਸੇ ਤਰ੍ਹਾਂ ਦਾ ਨਜ਼ਰ ਆ ਰਿਹਾ ਟੀਮ ਦਾ, ਕਿ ਕਿਸੇ ਕਿਸਮ ਦੀ ਜਾਣਕਾਰੀ ਜਿਹੜੀ ਰਿਵੀਲ ਨਹੀਂ ਕਰਨਾ ਚਾਹੁੰਦੇ ਔਰ ਸਿੱਧੇ ਤੌਰ ਤੇ, ਕਿਉਂਕਿ ਕੋਰਟ ਦੇ ਇੱਕ ਆਰਡਰ ਦੇ ਵਿੱਚ ਬੰਨੇ ਹੋਏ ਨੇ, ਕੋਰਟ ਦੇ ਇੱਕ ਆਰਡਰ ਦੇ ਵਿੱਚ ਬੰਨੀ ਹੋਈ ਹੈ ਟੀਮ, ਤਾਂ ਲੱਗਦਾ ਹੈ ਕਿ ਕੋਰਟ ਦੇ ਵਿੱਚ ਹੀ ਸਾਰੀ ਰਿਪੋਰਟ ਹੈ ਜਿਹੜੀ ਉਹ ਜਮ੍ਹਾਂ ਕਰਵਾਈ ਜਾਵੇਗੀ ਔਰ ਉਸ ਤੋਂ ਬਾਅਦ ਚੀਜ਼ਾਂ ਸਾਫ਼ ਹੋਣਗੀਆਂ ਕਿ ਉਸ ਦੇ ਵਿੱਚ ਨਿਕਲਦਾ ਕੀ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਰਾਮ ਰਹੀਮ ਦੇ ਨਾਲ ਇਸ ਕੇਸ ਦੇ ਵਿੱਚ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਹਲੇ ਜਿਹੜਾ ਹੈਗਾ ਉਹਨਾਂ ਨੇ ਕੋਈ ਕਲੀਅਰ ਨਹੀਂ ਕੀਤਾ, ਕਿਉਂਕਿ ਇਹਦੇ ਵਿੱਚ ਉਸਦੀ ਪੁੱਛਗਿੱਛ ਹੋਈ ਆ ਪਰ ਉਸਦੀ ਅਰੈਸਟ ਹਲੇ ਬਾਕੀ ਸੀ ਇਸ ਕੇਸ ਦੇ ਵਿੱਚ। ਜਦੋਂ ਇਹ ਨਹੀਂ ਹੈ ਕਿ ਕੋਈ ਬੰਦਾ ਕਿਸੇ ਕੇਸ ਦੇ ਵਿੱਚ ਜੇਲ੍ਹ ਦੇ ਅੰਦਰ ਆ ਤਾਂ ਉਹਦੀ ਅਰੈਸਟ ਵੀ ਪੈ ਗਈ, ਨਹੀਂ, ਜਿੰਨੇ ਉਹਦੇ ਤੇ ਕੇਸ ਨੇ ਉਹਨਾਂ ਦੇ ਵਿੱਚ ਵੱਖਰੇ ਤੌਰ ਤੇ ਅਰੈਸਟ ਪਾਈ ਜਾਂਦੀ ਹੈ, ਨਹੀਂ ਗ੍ਰਿਫਤਾਰੀ ਪਾਈ ਜਾਂਦੀ ਆ। ਤਾਂ ਇਸ ਕੇਸ ਦੇ ਵਿੱਚ ਹਲੇ ਇਹ ਵੀ ਸਵਾਲ ਹੈ ਕਿ ਉਹਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਜਾਂ ਫਿਰ ਹਲੇ ਨਹੀਂ ਪਾਈ ਗਈ। ਤਾਂ ਕਈ ਤਰ੍ਹਾਂ ਦੇ ਸਵਾਲ ਨੇ, ਹਾਲਾਂਕਿ ਇਹਨਾਂ ਸਵਾਲਾਂ ਦੇ ਜਵਾਬ ਹਲੇ ਸਾਨੂੰ ਨਹੀਂ ਮਿਲ ਰਹੇ, ਪਰ ਥੋੜੀ ਦੇਰ ਤੱਕ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਤਲਾਸ਼ਣ ਦੀ ਕੋਸ਼ਿਸ਼ ਕਰੀਏ ਤਾਂ ਕਿ ਪੰਜਾਬ ਦੇ ਲੋਕਾਂ ਜਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਉਹਨਾਂ ਲੋਕਾਂ ਤੱਕ ਜਿਹੜਾ ਹੈਗਾ ਅਸਲ ਜਾਣਕਾਰੀ ਪਹੁੰਚਾ ਸਕੀਏ, ਜਿਨ੍ਹਾਂ ਨੂੰ ਅੱਜ ਆਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਦੇ ਵਿੱਚ ਗੁਨੇਗਾਰਾਂ ਨੂੰ ਸਜ਼ਾ ਮਿਲ ਸਕੇ। ਜੀ ਠੀਕ ਹੈ, ਸ਼ੁਕਰੀਆ, ਧੰਨਵਾਦ ਨਪਿੰਦਰ ਇਸ ਪੂਰੀ ਅਪਡੇਟ ਦੇ ਲਈ। ਤਾਂ ਸੁਨਾਰੀਆ ਜੇਲ੍ਹ ਦੇ ਬਾਹਰ ਤੋਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਸਾਰੀ ਅਪਡੇਟ ਸਾਡੇ ਤੱਕ ਪਹੁੰਚਾ ਰਹੇ ਸੀ। ਐਸਪੀਐਸ ਪਰਮਾਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਵੀ ਜ਼ਿਆਦਾ ਕੁਝ ਵੀ ਨਹੀਂ ਦੱਸਿਆ, ਸਿਰਫ ਇੰਨਾ ਹੀ ਕਿਹਾ ਇੱਕ ਹੋਰ ਵੱਡੀ ਖਬਰ ਆ ਰਹੀ ਹੈ। ਚੰਨੀ ਸਰਕਾਰ ਇੱਕ ਹੋਰ ਧਮਾਕੇ ਦੀ ਤਿਆਰੀ 'ਚ ਹੈ। ਸੀਐਮ ਚੰਨੀ ਕਹਿ ਰਹੇ ਨੇ ਕਿ ਕੱਲ ਇੱਕ ਹੋਰ ਮਸਲੇ ਦਾ ਹੱਲ ਹੋ ਜਾਏਗਾ ਔਰ ਲੋਕਾਂ ਦਾ ਵੱਡਾ ਮਸਲਾ ਕੱਲ ਅਸੀਂ ਹੱਲ ਕਰਾਂਗੇ। ਸੋ ਵੱਡਾ ਮਸਲਾ ਕੀ ਹੋ ਸਕਦਾ ਹੈ, ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਫੈਸਲੇ ਚੰਨੀ ਸਰਕਾਰ ਲੈ ਰਹੀ ਹੈ। ਇਹ ਖਬਰ ਆ ਰਹੀ ਹੈ, ਇਸ ਬਾਰੇ ਡਿਟੇਲ 'ਚ ਗੱਲਬਾਤ ਕਰਾਂਗੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆ ਕੇ ਇਸੇ ਖਬਰ ਤੇ ਹੋਰ ਅੱਗੇ ਗੱਲਬਾਤ ਕਰਦੇ ਹਾਂ।